ਸਟੂਡੈਂਟਸ, ਅੱਜ ਅਸੀਂ ਮਾਸਟਰ ਕੇਡਰ ਪੰਜਾਬੀ ਦਾ ਲੈਕਚਰ ਗ੍ਰਾਮਰ ਸੰਬੰਧੀ MCQs ਕੁਐਸਚਨ ਕਰਾਂਗੇ। ਵੈਰੀ ਇੰਪੋਰਟੈਂਟ ਕੁਐਸਚਨ ਹੈਗੇ। ਪਹਿਲਾ ਕੁਐਸਚਨ ਹੈਗਾ ਪੰਜਾਬੀ ਵਿੱਚ। ਪਹਿਲਾ ਆਪਸ਼ਨ ਹੈ 31 ਵਿਅੰਜਨ 10 ਸਵਰ 3 ਸਵਰ ਵਾਹਕ ਹਨ। ਦੂਸਰਾ ਆਪਸ਼ਨ ਹੈ 29 ਵਿਅੰਜਨ 10 ਸਵਰ 2 ਅਰਧ ਸਵਰ ਹਨ। ਤੀਸਰਾ ਆਪਸ਼ਨ ਹੈ 32 ਵਿਅੰਜਨ 6 ਧੁਨੀਆਂ ਹਨ। ਚੌਥਾ ਆਪਸ਼ਨ ਹੈ 41 ਵਿਅੰਜਨ ਹਨ। ਇਹਦਾ ਕਰੈਕਟ ਆਨਸਰ ਹੈਗਾ 29 ਵਿਅੰਜਨ 10 ਸਵਰ 2 ਅਰਧ ਸਵਰ ਹਨ। ਦੂਸਰਾ ਕੁਐਸਚਨ ਹੈ ਪੰਜਾਬੀ ਧੁਨੀਆਂ ਨੂੰ ਵੰਡਿਆ ਜਾ ਸਕਦਾ ਹੈ। ਪਹਿਲਾ ਆਪਸ਼ਨ ਹੈ ਸਵਰਾਂ ਅਤੇ ਵਿਅੰਜਨਾਂ ਵਿੱਚ। ਦੂਸਰਾ ਆਪਸ਼ਨ ਹੈ ਖੰਡੀ ਅਤੇ ਅਖੰਡੀ ਧੁਨੀਆਂ ਵਿੱਚ। ਤੀਸਰਾ ਆਪਸ਼ਨ ਹੈ ਬਲ ਅਤੇ ਨਾਸਿਕਤਾ ਵਿੱਚ। ਚੌਥਾ ਆਪਸ਼ਨ ਹੈ ਉਚਾਰ ਖੰਡ ਉਚਾਰ ਸਥਾਨ ਵਿੱਚ। ਇਹਦਾ ਕਰੈਕਟ ਆਨਸਰ ਹੈਗਾ ਖੰਡੀ ਤੇ ਅਖੰਡੀ ਧੁਨੀਆਂ ਵਿੱਚ ਵੰਡਿਆ ਜਾ ਸਕਦਾ ਹੈ ਪੰਜਾਬੀ ਧੁਨੀਆਂ ਨੂੰ। ਤੀਸਰਾ ਕੁਐਸਚਨ ਹੈਗਾ ਖੰਡੀ ਧੁਨੀਆਂ ਵਿੱਚ ਆਉਂਦੇ ਹਨ। ਪਹਿਲਾ ਆਪਸ਼ਨ ਹੈ ਬਲ ਨਾਸਿਕਤਾ ਸਵਰ ਵਿਅੰਜਨ 31 ਵਿਅੰਜਨ। ਦੂਸਰਾ ਆਪਸ਼ਨ ਹੈ ਸਵਰ ਵਿਅੰਜਨ ਅਖੰਡੀ ਧੁਨੀਮ 11 ਸਵਰ। ਤੀਸਰਾ ਆਪਸ਼ਨ ਹੈ 31 ਵਿਅੰਜਨ 10 ਸਵਰ 2 ਅਰਧ ਸਵਰ ਹਨ। ਚੌਥਾ ਆਪਸ਼ਨ ਹੈ 10 ਸਵਰ 24 ਮੌਖਿਕ ਵਿਅੰਜਨ 5 ਨਾਸਕੀ ਵਿਅੰਜਨ 2 ਅਰਧ ਸਵਰ ਹਨ। ਇਹਦਾ ਕਰੈਕਟ ਆਨਸਰ ਹੈਗਾ ਚੌਥਾ ਆਪਸ਼ਨ 10 ਸਵਰ 24 ਮੌਖਿਕ ਵਿਅੰਜਨ 5 ਨਾਸਕੀ ਵਿਅੰਜਨ 2 ਅਰਧ ਸਵਰ ਹਨ। ਚੌਥਾ ਕੁਐਸਚਨ ਹੈ ਪੰਜਾਬੀ ਦੀਆਂ ਅਖੰਡੀ ਧੁਨੀਆਂ ਅੰਦਰ ਆਉਂਦੇ ਹਨ। ਪਹਿਲਾ ਆਪਸ਼ਨ ਹੈ ਬਲ ਨਾਸਿਕਤਾ ਸਵਰ ਵਿਅੰਜਨ। ਦੂਸਰਾ ਆਪਸ਼ਨ ਹੈ ਸੰਗਮ ਤਾਨ ਸੁਰ ਵਿਅੰਜਨ। ਤੀਸਰਾ ਆਪਸ਼ਨ ਹੈ ਸਵਰ ਲਹਿਰ ਅਰਧ ਸਵਰ ਨਾਸਕੀ ਵਿਅੰਜਨ। ਚੌਥਾ ਆਪਸ਼ਨ ਹੈ ਬਲ ਨਾਸਿਕਤਾ ਸੰਗਮ ਤਾਨ ਸਵਰ ਤਾਨ ਸੁਰ। ਤੇ ਸਹੀ ਇਹਦਾ ਕਰੈਕਟ ਆਨਸਰ ਹੈਗਾ ਇਹ ਚੌਥਾ ਬਲ ਨਾਸਿਕਤਾ ਸੰਗਮ ਤਾਨ ਤੇ ਸੁਰ ਹਨ। ਪੰਜਵਾਂ ਕੁਐਸਚਨ ਹੈ ਪੰਜਾਬੀ ਸਵਰ ਦੀ ਸ਼੍ਰੇਣੀ ਵੰਡ ਕਿਸ ਆਧਾਰ ਉੱਤੇ ਕੀਤੀ ਗਈ ਹੈ। ਪਹਿਲਾ ਆਪਸ਼ਨ ਹੈ ਹੋਠਾਂ ਦੀ ਸਥਿਤੀ। ਦੂਸਰਾ ਆਪਸ਼ਨ ਹੈ ਹੋਠਾਂ ਦੀ ਉਚਾਈ। ਤੀਸਰਾ ਆਪਸ਼ਨ ਹੈ ਜੀਭ ਦੀ ਉਚਾਈ। ਚੌਥਾ ਆਪਸ਼ਨ ਹੈ ਜੀਭ ਦੀ ਸਥਿਤੀ। ਇਹਦਾ ਕਰੈਕਟ ਆਨਸਰ ਹੈਗਾ ਦੂਜਾ ਹੋਠਾਂ ਦੀ ਉਚਾਈ। ਛੇਵਾਂ ਕੁਐਸਚਨ ਹੈ ਜੀਭ ਦੀ ਸਥਿਤੀ ਦੇ ਆਧਾਰ ਤੇ ਪੰਜਾਬੀ ਸਵਰਾਂ ਦੀ ਵੰਡ। ਪਹਿਲਾ ਆਪਸ਼ਨ ਹੈ ਉੱਚੇ ਮੱਧ ਉੱਚੇ ਮੱਝਲੇ ਨੀਵੇਂ। ਦੂਸਰਾ ਆਪਸ਼ਨ ਹੈ ਗੋਲ ਗੁਲਾਈ ਰਹਿਤ। ਤੀਸਰਾ ਆਪਸ਼ਨ ਹੈ ਮੂਹਰਲੇ ਸਵਰ ਵਿਚਕਾਰਲੇ ਸਵਰ ਪਿਛਲੇ ਸਵਰ। ਚੌਥਾ ਆਪਸ਼ਨ ਹੈ ਹਰਸ ਸਵਰ ਦੀਰਘ ਸਵਰ। ਇਹਦਾ ਕਰੈਕਟ ਆਨਸਰ ਹੈਗਾ ਮੂਹਰਲੇ ਸਵਰ ਵਿਚਕਾਰਲੇ ਸਵਰ ਪਿਛਲੇ ਸਵਰ। ਇਹ ਤੀਜਾ ਆਪਸ਼ਨ ਸਹੀ ਹੈਗਾ। ਸੱਤਵਾਂ ਕੁਐਸਚਨ ਹੈ ਪੰਜਾਬੀ ਵਿੱਚ ਢੁਕਵੇਂ ਵਿਅੰਜਨਾਂ ਦੀ ਗਿਣਤੀ। ਪਹਿਲਾ ਆਪਸ਼ਨ ਹੈ 9। ਦੂਸਰਾ 12। ਤੀਸਰਾ 15। ਚੌਥਾ 18। ਇਹਦਾ ਸਹੀ ਆਨਸਰ ਹੈਗਾ ਤੀਜਾ ਆਪਸ਼ਨ 15। ਅੱਠਵਾਂ ਕੁਐਸਚਨ ਹੈਗਾ ਨਾਉਂ ਸ਼ਬਦ ਵਿੱਚ ਪਰਿਵਰਤਨ ਹੇਠ ਲਿਖੇ ਕਾਰਨਾਂ ਕਰਕੇ ਆਉਂਦਾ ਹੈ। ਪਹਿਲਾ ਆਪਸ਼ਨ ਹੈ ਪੁਰਖ ਵਚਨ ਅਤੇ ਕਾਰਕ ਕਰਕੇ। ਦੂਸਰਾ ਆਪਸ਼ਨ ਹੈ ਪੁਰਖ ਲਿੰਗ ਅਤੇ ਵਚਨ ਕਰਕੇ। ਤੀਸਰਾ ਆਪਸ਼ਨ ਹੈ ਲਿੰਗ ਵਚਨ ਅਤੇ ਕਾਰਕ ਕਰਕੇ। ਚੌਥਾ ਆਪਸ਼ਨ ਹੈ ਲਿੰਗ ਅਤੇ ਕਾਰਕ ਕਰਕੇ। ਇਹਦਾ ਸਹੀ ਆਨਸਰ ਹੈਗਾ ਤੀਸਰਾ ਲਿੰਗ ਵਚਨ ਅਤੇ ਕਾਰਕ ਕਰਕੇ ਨਾਉਂ ਸ਼ਬਦ ਵਿੱਚ ਪਰਿਵਰਤਨ ਆਉਂਦਾ ਹੈ। ਨੌਵਾਂ ਕੁਐਸਚਨ ਹੈਗਾ ਕਿ ਪੜਨਾਂਵ ਸ਼ਬਦਾਂ ਵਿੱਚ ਪਰਿਵਰਤਨ ਹੇਠ ਲਿਖੇ ਕਾਰਨਾਂ ਕਰਕੇ ਆਉਂਦਾ ਹੈ। ਪਹਿਲਾ ਆਪਸ਼ਨ ਹੈ ਪੁਰਖ ਲਿੰਗ ਅਤੇ ਕਾਰਕ ਕਰਕੇ। ਦੂਸਰਾ ਆਪਸ਼ਨ ਹੈ ਪੁਰਖ ਲਿੰਗ ਅਤੇ ਵਚਨ ਕਰਕੇ। ਤੀਸਰਾ ਆਪਸ਼ਨ ਹੈ ਲਿੰਗ ਵਚਨ ਅਤੇ ਕਾਰਕ ਕਰਕੇ। ਚੌਥਾ ਆਪਸ਼ਨ ਹੈ ਵਚਨ ਅਤੇ ਕਾਰਕ ਕਰਕੇ। ਇਹਦਾ ਕਰੈਕਟ ਆਨਸਰ ਹੈਗਾ ਵਚਨ ਅਤੇ ਕਾਰਕ ਕਰਕੇ। 10ਵਾਂ ਕੁਐਸਚਨ ਹੈਗਾ ਕਿਰਿਆ ਸ਼ਬਦਾਂ ਵਿੱਚ ਵਿਕਾਰ ਹੇਠ ਲਿਖੇ ਕਾਰਨਾਂ ਕਰਕੇ ਆਉਂਦਾ ਹੈ। ਪਹਿਲਾ ਆਪਸ਼ਨ ਹੈ ਲਿੰਗ ਵਚਨ ਅਤੇ ਕਾਰਕ ਕਰਕੇ। ਦੂਸਰਾ ਆਪਸ਼ਨ ਹੈ ਲਿੰਗ ਵਚਨ ਤੇ ਪੁਰਖ ਕਰਕੇ। ਤੀਸਰਾ ਆਪਸ਼ਨ ਹੈ ਲਿੰਗ ਵਚਨ ਪੁਰਖ ਤੇ ਕਾਲ ਕਰਕੇ। ਚੌਥਾ ਆਪਸ਼ਨ ਹੈ ਵਚਨ ਪੁਰਖ ਅਤੇ ਕਾਰਕ ਕਰਕੇ। ਇਹਦਾ ਸਹੀ ਕਰੈਕਟ ਆਨਸਰ ਹੈਗਾ ਤੀਸਰਾ ਲਿੰਗ ਵਚਨ ਪੁਰਖ ਤੇ ਕਾਲ ਕਰਕੇ ਕਿਰਿਆ ਸ਼ਬਦਾਂ ਵਿੱਚ ਵਿਕਾਰ ਆਉਂਦਾ ਹੈ।
11वां क्वेश्चन है, भाषा की छोटी तो छोटी इकाई किहड़ी है? शब्द, पहला ऑप्शन शब्द, दूसरा रूपिम, तीसरा वाक, चौथा वाकंश। ਇਹਦਾ सही आंसर हैगा रूपिम, दूसरा ऑप्शन सही है। 12वां क्वेश्चन अगे, अर्थ विस्तार। अर्थ विस्तार की उदाहरण है, पहला ऑप्शन है सप, दूसरा मार्ग, तीसरा सर्प, चौथा तेल। ਇਹਦਾ करैक्ट आंसर हैगा तेल। 13वां क्वेश्चन है, अर्थ विस्तार तो की भाव है? पहला ऑप्शन है शब्द का मूल अर्थ तो वध जाना, दूसरा ऑप्शन है शब्द का अर्थ मूल अर्थ तो घट जाना, तीसरा ऑप्शन है शब्द का अर्थ वही रहना, चौथा ऑप्शन है शब्द के अर्थ में तब्दीली आ जानी। ਇਹਦਾ सही आंसर हैगा शब्द का मूल अर्थ तो वध जाना। 14वां क्वेश्चन है, अर्थ संकोच की उदाहरण है, पहला ऑप्शन है तेल, दूसरा ऑप्शन है स्याही, तीसरा ऑप्शन है मिर्ग, चौथा ऑप्शन है ऊड़ा ते आड़ा दोनों। ਇਹਦਾ सही आंसर हैगा मिर्ग। अर्थ संकोच की उदाहरण सही हैगी मिर्ग। 15वां क्वेश्चन हैगा अगे, हेठ लिखिया विचों किहड़े समासी शब्द नहीं हैं? पहला ऑप्शन है गलबात, दूसरा ऑप्शन है चीरफाड़, तीसरा ऑप्शन है वक वक, चौथा ऑप्शन है भज दौड़। ਇਹਦਾ सही आंसर हैगा तीसरा ऑप्शन हैगा वक वक। ये समासी शब्द नहीं हैगा, करैक्ट आंसर हैगा ये। 16वां क्वेश्चन है, वाक दे किन्ने अंग होंदे हन? पहला ऑप्शन 2, तीसरा ऑप्शन है 3, दूसरा ऑप्शन है 3, तीसरा ऑप्शन है 4, चौथा ऑप्शन है 5। ਇਹਦਾ सही आंसर हैगा ये ऑप्शन सही हैगा 2। दो ਕਿਹੜੇ ਕਿਹੜੇ ਹੈਗੇ ਉਹ? ਪਹਿਲਾ ਹੈ ਉਦੇਸ਼ ਤੇ दूसरा हैगा विधे विधे। ये दो है वाक के अंग। 17वां क्वेश्चन हैगा अगे अपने, रचना के आधार पर वाक किन्नी तरह के होंगे हैं? पहला ऑप्शन 2, दूसरा ऑप्शन 3, तीसरा ऑप्शन 4, चौथा ऑप्शन 5। ਇਹਦਾ करैक्ट आंसर हैगा दूजा 3 है। रचना के आधार पर वाक किन्नी तरह के होंगे हैं? 3 तरह के होंगे हैं। 18वां क्वेश्चन करांगे, अर्थ के आधार पर वाकां नूं किन्ने भागां विच वंडिया जा सकता है? पहला ऑप्शन है 2, दूसरा ऑप्शन 3, चौथा ऑप्शन 4, तीसरा ऑप्शन 4 ते चौथा ऑप्शन 5। ਇਹਦਾ करैक्ट आंसर हैगा 2। 19वां क्वेश्चन है, वाक के अंग होंदे हन? पहला ऑप्शन है आर्थक, दूसरा ऑप्शन है सार्थक, दूसरा ऑप्शन है उद्देश विधेय, चौथा तीसरा ऑप्शन है कर्ता ते कर्म, चौथा ऑप्शन है कर्ता कर्म ते क्रिया। वाक के अंग किहड़े हैगे? ਇਹਦਾ सही करैक्ट आंसर हैगा दूसरा उद्देश ते विधेय 2 हैं। 20वां क्वेश्चन है लास्ट अपना, रचना के आधार पर वाक वंड है, पहला ऑप्शन है सार्थक ते आर्थक, दूसरा ऑप्शन है सिद्धांत ते संयुक्त ते मिश्रित, तीसरा ऑप्शन है अयोगात्मक विव्यक्ति मूलक, चौथा ऑप्शन है सिलस्की मूलक ते अयोगात्मक। ਇਹਦਾ करैक्ट आंसर हैगा दूसरा, ये सही हैगा, ये दूसरा क्वेश्चन सही हैगा, ऑप्शन सही हैगा साधारण संयुक्त ते मिश्रित। मेरा लेक्चर बढ़िया लगे तो वध तो वध शेयर करिया जे। थैंक यू, धन्यवाद।